ਕੱਲ੍ਹ ਅਸੀਂ ਅਚਾਨਕ 5:30 ਪੌਣੇ 6 ਦੇ ਵਿੱਚ ਸਾਨੂੰ ਸਮਝ ਨਹੀਂ ਆਈ ਵੀ ਕਿਧਰੇ ਅੱਗ ਲੱਗ ਗਈ ਜਾਂ ਕੀ ਹੋਇਆ। 10 ਮਿੰਟ ਅਸੀਂ ਉੱਠ ਵੀ ਨਹੀਂ ਪਾਏ ਉੱਥੋਂ। 2 ਲੇਡੀਜ਼ ਅਸੀਂ, ਮੈਂ ਔਰ ਸ਼ੁਭ ਸ਼ਰਮਾ, ਉੱਠ ਕੇ ਬਹੁਤ ਔਖੇ ਬਾਹਰ ਨਿਕਲੇ ਤਾਂ ਦੇਖਿਆ ਬਾਹਰ ਕੁਝ ਵੀ ਨਹੀਂ ਸੀ। ਅਸੀਂ ਉਹਨਾਂ ਨੂੰ ਕਿਹਾ ਵੀ ਇਹ ਮਸ਼ੀਨ ਕਿਹਨੇ ਮੰਗਵਾਈ ਸੀ ਔਰ ਮੰਗਵਾਈ ਸੀ ਸਾਨੂੰ ਇੱਕ ਇੰਟੀਮੇਟ ਤਾਂ ਕਰਦੇ ਨਾ ਜੀ, ਅਸੀਂ ਬਾਹਰ आ जाते इन बिटवीन। वो कहते जी ऐसा कुछ नहीं, आगे भी मंदिरों में बहुत कोई इन्फॉर्मेशन नहीं थी हमें कि ये फॉगिंग वाले आ रहे हैं। तो हमें अगर इन्फॉर्मेशन होती या हम उन्हें बुलाते तो हम मानते कि जना वो हमारे कहने से आए, हमने कोई उन्हें एप्लीकेशन नहीं दी, वो अचानक आए। और आने के बाद जितनी आवाज़ उसकी होती है तो ये भी खड़ी होकर 4-5 लेडीज जो थी ये खड़ी होकर उनको रोक भी सकती थी भी जो ना ये जो ना फॉगिंग कर रहे हो, क्यों कर रहे हो, इसे बंद कर दो। मैं ਤੁਹਾਨੂੰ ਰਫਲੀ ਦੱਸ ਸਕਦੀ ਹਾਂ ਕਿ 28,000 ਦੇ ਕਰੀਬ ਸਾਡੇ ਕੋਲ ਪੈਸਾ ਪਿਆ, ਜਦਕਿ ਇਹਨਾਂ ਨੂੰ ਹਰ ਥੋੜੇ ਦਿਨਾਂ ਬਾਅਦ ਦੱਸਿਆ ਜਾਂਦਾ ਹੈ। ਔਰ ਇਹੀ ਕਿਹਾ ਗਿਆ ਕਿ ਜਿਸ दिन कोर्ट डिसीजन देगी, जिसके हक च भी देगी, कहना नहीं पड़ेगा, असी आके पर्ची। कहना चाहता हूँ कि जब मंदिर की रजिस्ट्रेशन हमारे नाम से हो चुकी है और हम एक पैसा हमारे नाम पे बैंक के अकाउंट हो चुके हैं और हम कह रहे हैं कि तुम हमें पैसा मत दो, बैंक के अकाउंट में ही जमा कर दो। ਜਪ ਸਟੱਡੀ ਉਹ ਕੰਪਨੀ ਹੈ ਜਿਹਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦਿੱਤੇ ਨੇ। ਤੁਸੀਂ ਸਿੰਗਲ ਜਾਣਾ, ਸਪਾਊਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ। ਜਪ ਸਟੱਡੀ ਦੇ ਕੋਲੇ ਅੱਜ ਹੀ ਆਓ। ਸੈਕਟਰ 66 ਦੇ ਮੰਦਿਰ ਵਿੱਚ ਹਰ ਮੰਗਲਵਾਰ ਨੂੰ ਕੀਰਤਨ ਕਰਨ ਵਾਲੀ ਮਹਿਲਾ ਮੰਡਲੀ ਨੇ ਇਹ ਇਲਜ਼ਾਮ ਲਗਾਇਆ ਹੈ ਕਿ ਮੌਜੂਦਾ ਕਮੇਟੀ ਉਹਨਾਂ ਨੂੰ ਕੀਰਤਨ ਕਰਨ ਵੇਲੇ ਕੋਈ ਨਾ ਕੋਈ ਅੜਚਨ ਪੈਦਾ ਕਰਦੀ ਹੈ। ਕਦੀ ਬਿਜਲੀ ਕੱਟ ਦਿੱਤੀ ਜਾਂਦੀ ਹੈ ਅਤੇ ਬੀਤੇ ਮੰਗਲਵਾਰ ਨੂੰ ਉੱਥੇ ਫੌਗਿੰਗ ਕਰਾ ਦਿੱਤੀ ਗਈ ਅਤੇ ਉਹਨਾਂ ਨੂੰ ਦੱਸਿਆ ਹੀ ਨਹੀਂ ਗਿਆ, ਜਿਸ ਕਰਕੇ ਕੁਝ ਮਹਿਲਾਵਾਂ ਦੀ ਤਬੀਅਤ ਵੀ ਖਰਾਬ ਹੋ ਗਈ। ਦੂਜੇ ਪਾਸੇ ਮੰਦਰ ਕਮੇਟੀ ਦੇ ਪ੍ਰਧਾਨ ਸ਼੍ਰੀ ਗੋਪਾਲ ਸ਼ਰਮਾ ਦਾ ਕਹਿਣਾ ਸੀ ਕਿ ਉਹਨਾਂ ਵੱਲੋਂ ਕੋਈ ਫੌਗਿੰਗ ਨਹੀਂ ਕਰਾਈ ਗਈ। ਉਹਨਾਂ ਕਿਹਾ ਕਿ ਫੌਗਿੰਗ ਕਰਨ ਵਾਲੀ ਗੱਡੀ ਦੀ ਆਵਾਜ਼ ਹੀ ਇੰਨੀ ਹੁੰਦੀ ਹੈ ਕਿ ਅਗਰ ਉਹ ਗੱਡੀ ਫੌਗਿੰਗ ਕਰਨ ਆਈ ਸੀ ਤੇ ਉਹਨਾਂ ਨੂੰ ਇਸ ਜੱਥੇ ਵੱਲੋਂ ਰੋਕਿਆ ਜਾ ਸਕਦਾ ਸੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕੀਰਤਨ ਮੰਡਲੀ ਜੱਥੇ ਦੇ ਮਹਿਲਾਵਾਂ ਨੇ ਦੱਸਿਆ ਕੀ ਹੋਇਆ ਸੀ। ਕੱਲ੍ਹ ਅਸੀਂ ਕੀਰਤਨ ਕੀਤਾ ਸੀਗਾ ਸ਼ੁਰੂ 4:30 ਵਜੇ। ਘੰਟੇ ਕੁ ਬਾਅਦ ਅਸੀਂ ਕੀਰਤਨ ਦੀ ਸਮਾਪਤੀ ਕਰਨ ਲੱਗੇ, ਇੱਕਦਮ ਬਾਹਰ ਤੋਂ ਇੰਨਾ ਧੂੰਆਂ ਆ ਗਿਆ ਬਹੁਤ ਜ਼ਿਆਦਾ, ਜਿਹੜਾ ਕਿ ਸਾਨੂੰ ਦਿਖ ਵੀ ਨਹੀਂ ਰਿਹਾ ਸੀਗਾ। ਸਾਡੇ ਗਲੇ ਵੀ ਖਰਾਬ ਹੋ ਗਏ, ਗਲਿਆਂ ਵਿੱਚ ਚਲਾ ਗਿਆ। ਨਗਰ ਨਿਗਮ ਦੀ ਮਸ਼ੀਨ ਉਹ ਵੀ ਅੰਦਰ ਗੇਟ ਤੋਂ ਅੰਦਰ ਆ ਕੇ ਗੱਡੀ ਨੇ ਅੰਦਰ ਕੀਤਾ ਸੀ। ਉਸ ਤੋਂ ਬਾਅਦ ਕੀ ਹੋਇਆ? ਉਸ ਤੋਂ ਬਾਅਦ ਜੀ ਅਸੀਂ ਬਾਹਰ ਨਿਕਲ ਕੇ ਦੇਖਿਆ, ਬਾਹਰ ਬਿਲਕੁਲ ਧੂੰਆਂ ਨਹੀਂ ਸੀਗਾ, ਅੰਦਰ ਹੀ ਸੀਗਾ ਮੰਦਰ ਦੇ। ਸਾਨੂੰ ਡਿਸਟਰਬ ਕਰਨ ਵਾਸਤੇ ਕੁਛ ਨਾ ਕੁਛ ਐਸਾ ਜ਼ਰੂਰ ਹੁੰਦਾ ਹੈ, ਕਦੀ ਕਿਸੇ ਮੰਗਲਵਾਰ ਕਦੀ ਕਿਸੇ ਮੰਗਲਵਾਰ ਕੁਛ ਨਾ ਕੁਛ ਜ਼ਰੂਰ ਹੋ ਰਿਹਾ, ਜਿਹੜੇ ਕਿ ਐਜ਼ ਏ ਪ੍ਰਧਾਨ ਨੇ ਉਹ ਕੁਛ ਨਾ ਕੁਛ ਸਾਡੀ ਮੰਡਲੀ ਨੂੰ ਡਿਸਟਰਬੈਂਸ ਦਿੰਦੇ ਹੈ। ਹਰ ਮੰਗਲਵਾਰ 4 ਤੋਂ 6 ਸਾਡਾ ਸ਼ੁਰੂ ਤੋਂ ਕੀਰਤਨ ਹੁੰਦਾ ਮੰਦਿਰ 'ਚ, ਠੀਕ ਹੈ ਜੀ। ਹਰ ਥੋੜ੍ਹੇ ਦਿਨਾਂ ਬਾਅਦ ਸਾਨੂੰ ਕਦੀ ਨਾ ਕਦੀ ਦਿੱਕਤ ਆਉਂਦੀ ਹੈ ਲਾਈਟ ਦੀ। ਅੱਗੇ 25 ਮਈ ਨੂੰ ਵੀ ਇਸ ਚੀਜ਼ 'ਤੇ ਕਾफ़ੀ ਜ਼ਿਆਦਾ ਹੋ ਗਿਆ ਸੀ। ਉਸ ਟਾਈਮ ਗੋਪਾਲ ਜੀ ਨੇ ਸਾਨੂੰ ਕਿਹਾ ਕਿ ਆਪ ਮੇਰੇ ਸੇ ਤੋਂ ਬਾਤ ਕਰਤੇ, ਮੇਰੀ ਵੇਟ ਕਰਤੇ। ਕੱਲ੍ਹ ਅਸੀਂ ਅਚਾਨਕ 5:30 ਪੌਣੇ 6 ਦੇ ਵਿੱਚ ਸਾਨੂੰ ਸਮਝ ਨਹੀਂ ਆਈ ਵੀ ਕਿਧਰੇ ਅੱਗ ਲੱਗ ਗਈ ਜਾਂ ਕੀ ਹੋਇਆ। 10 ਮਿੰਟ ਅਸੀਂ ਉੱਠ ਵੀ ਨਹੀਂ ਪਾਏ ਉੱਥੋਂ। 2 ਲੇਡੀਜ਼ ਅਸੀਂ, ਮੈਂ ਔਰ ਸ਼ੁਭ ਸ਼ਰਮਾ, ਉੱਠ ਕੇ ਬਹੁਤ ਔਖੇ ਬਾਹਰ ਨਿਕਲੇ ਤਾਂ ਦੇਖਿਆ ਬਾਹਰ ਕੁਝ ਵੀ ਨਹੀਂ ਸੀ। ਤਾਂ ਇਨ ਬਿਟਵੀਨ ਪਤਾ ਚੱਲੇ ਕਿ ਜਿਹੜੇ ਸਪਰੇਅ ਕਰਨ ਵਾਲੇ ਨੇ ਇਹ ਮਸ਼ੀਨ ਆਈ ਸੀ, ਗੇਟ ਖੋਲ੍ਹਿਆ ਔਰ ਮਸ਼ੀਨ ਅੰਦਰ ਆਈ, ਸਪਰੇਅ ਕਰਕੇ ਗਏ ਆ। ਉਸ ਤੋਂ ਬਾਅਦ ਚਲੋ ਅਸੀਂ ਕਾफ़ੀ ਟਾਈਮ ਲੱਗਿਆ ਉਸ ਚੀਜ਼ ਨੂੰ ਹੌਲ ਕਲੀਅਰ ਹੋਣ ਨੂੰ। ਕਮੇਟੀ ਦੇ 3-4 ਬੰਦੇ ਆਏ 6:30 ਪੌਣੇ 7 ਦੇ ਵਿੱਚ, ਤਿਆਗੀ ਜੀ, ਜੈਨ ਸਾਹਿਬ, ਧੀਮਾਨ ਔਰ ਮਿਸਟਰ ਤ੍ਰਿਪਾਠੀ। ਅਸੀਂ ਉਹਨਾਂ ਨੂੰ ਕਿਹਾ ਜੀ ਮੰਦਰ ਕਮੇਟੀ ਦੇ, ਇਹ ਇਲੀਗਲੀ ਬਣੇ ਸਮਝੋ ਜੀ, ਇਹ ਨਵੇਂ ਬਣੇ ਆ ਹਜੇ, ਠੀਕ ਹੈ, ਪਰ ਅਸੀਂ ਫਿਰ ਵੀ ਇੱਕ ਰਿਸਪੈਕਟ ਕਰਦੇ ਹਾਂ ਕਿ ਹੈ 66 ਦੇ ਨਿਵਾਸੀ ਹੈ, ਚਲੋ ਮੰਦਿਰ 'ਚ ਹੈ। ਔਰ ਬਹੁਤ ਵਾਰੀ ਇਹ ਚੀਜ਼ ਕਹੀ ਵੀ ਗਈ ਹੈ ਇਹਨਾਂ ਨੂੰ। ਅਸੀਂ ਉਹਨਾਂ ਨੂੰ ਕਿਹਾ ਵੀ ਇਹ ਮਸ਼ੀਨ ਕਿਹਨੇ ਮੰਗਵਾਈ ਸੀ ਔਰ ਮੰਗਵਾਈ ਸੀ ਸਾਨੂੰ ਇੱਕ ਇੰਟੀਮੇਟ ਤਾਂ ਕਰਦੇ ਨਾ ਜੀ, ਅਸੀਂ ਬਾਹਰ आ जाते इन बिटवीन। वो कहते जी ऐसा कुछ नहीं, आगे भी मंदिरों में बहुत कुछ होता है, गुरुद्वारे वाले गाड़ी बैक करवा के करवाते हैं। ਅਸੀਂ ਉਹਨਾਂ ਨੂੰ ਇਹ ਕਿਹਾ ਵੀ ਸਾਨੂੰ ਕੋਈ ਇੱਕ ਗੁਰਦੁਆਰਾ ਮੰਦਿਰ ਦੱਸ ਦਿਓ ਕਿ ਅੰਦਰ ਕੀਰਤਨ ਪਾਠ ਚੱਲ ਰਿਹਾ ਔਰ ਮਸ਼ੀਨ ਆ ਕੇ ਸਪਰੇਅ ਕਰਕੇ ਚਲੀ ਜਾਏਗੀ। ਉਸ ਤੋਂ ਬਾਅਦ ਗੋਪਾਲ ਜੀ ਨੂੰ ਮੈਂ 4 ਫੋਨ ਕਰੇ, ਨੇ ਸਾਡਾ फ़ोन ही पिक नहीं करिया। एज ए कमेटी अगर ये मन रहा भी हमारी नई कमेटी है, टीम है, इन्हों उस चीज़ वास्ते साडे नाल गल करनी चाहिए सी या सानू दसदे
ਵੀ ਇਹਨਾਂ ਨੇ ਨਹੀਂ ਬੁਲਾਈ। ਇਹਨਾਂ ਨੇ ਨਹੀਂ ਬੁਲਾਈ ਤਾਂ ਇਹ ਪਤਾ ਤਾਂ ਕਰਦੇ ਹੁਣ ਤੱਕ ਵੀ ਕਿਹਨੇ ਬੁਲਾਈ। ਉਹ ਮੰਦਿਰ ਦੇ ਅੰਦਰ ਕਿਸ ਤਰ੍ਹਾਂ ਕੋਈ ਮਸ਼ੀਨ ਆ ਕੇ ਕਰਕੇ ਚਲੀ ਗਈ, ਇਹ ਤਾਂ ਜਿਹੜੇ ਬੰਦੇ ਉੱਥੇ ਪ੍ਰੈਜ਼ੈਂਟ ਹੈ ਔਰ ਆਪਣੇ ਆਪ ਨੂੰ ਕਮੇਟੀ ਟੀਮ ਮੈਂਬਰ ਜੋ ਵੀ ਕਹਿ ਰਹੇ ਹੈ ਉਸ ਬਿਹਾਫ 'ਤੇ ਕਿਆ ਇਹਨਾਂ ਦੀ ਡਿਊਟੀ ਸੀ ਜਾਂ ਨਹੀਂ ਸੀ ਵੀ ਇਹ ਹੁਣ ਤੱਕ ਕਨਫਰਮ ਕਰਕੇ ਦੱਸਦੇ ਜਾਂ ਸਾਡੇ ਨੂੰ ਇੱਕ ਫੋਨ ਕਰਦੇ ਵੀ ਚਲੋ ਇਹ ਹੋਇਆ। ਉਲਟਾ ਹੀ ਸਾਡੇ ਫੋਨ ਕਰਨ ਤੋਂ ਬਾਅਦ ਵੀ ਸਾਡੇ ਫੋਨ ਨਹੀਂ ਪਿਕ ਕਰ ਰਹੇ ਸੀਗੇ। ਅਸੀਂ ਇਹ ਜ਼ਰੂਰ ਕਹਾਂਗੇ ਕੀਰਤਨ ਕਰ ਰਹੇ ਹਾਂ, ਅਸੀਂ ਇਹਨਾਂ ਨੂੰ ਡਿਸਟਰਬ ਨਹੀਂ ਕਰਦੇ। ਸਾਡਾ ਮੰਗਲਵਾਰ ਸ਼ੁਰੂ ਤੋਂ ਮੰਡਲੀ ਕੀਰਤਨ ਕਰਦੀ ਹੈ, ਪੁਰਾਣੇ ਮੈਂਬਰ ਹੈ 20 ਸਾਲ, ਸਾਨੂੰ ਡਿਸਟਰਬ ਨਾ ਕਰਨ, ਬਾਕੀ ਸਾਨੂੰ ਕੁਝ ਨਹੀਂ ਲੈਣਾ ਦੇਣਾ ਇਹਨਾਂ ਤੋਂ। ਇਹਦੇ ਨਾਲ ਜਿਹੜਾ ਕੱਲ ਫੋਗਿੰਗ ਕੀਤੀ ਸੀ ਕੋਈ ਬਿਮਾਰ ਵੀ ਹੋਇਆ? 3-4 ਲੇਡੀਜ਼ ਦੀ ਐਸੀ ਹਾਲਤ ਹੋਈ, ਮਿਸਿਸ ਦਵੇਦੀ, ਸ਼ੁਭ ਸ਼ਰਮਾ, ਰਾਤ ਨੂੰ 10:30 ਦੇ ਵਿੱਚ ਸਾਨੂੰ ਇਹਨਾਂ ਨੂੰ ਹਸਪੀਟਲ ਲੈ ਕੇ ਜਾਣਾ ਪਿਆ। ਰਾਧਾ ਜਿਨ੍ਹਾਂ ਨੇ ਹੁਣੀ ਗੱਲ ਕੀਤੀ ਹੈ ਇਹ ਅੱਧਾ ਘੰਟਾ ਉੱਥੋਂ ਉੱਠੇ ਹੀ ਨਹੀਂ, ਮੂੰਹ ਬੰਨ ਕੇ ਬੈਠੇ ਰਹੇ ਆ। ਪ੍ਰਸ਼ਾਦ ਵੀ ਖੁੱਲ੍ਹਾ ਪਿਆ ਸੀ ਮੰਦਿਰ 'ਚ, ਕੁਛ ਵੀ ਆ। ਅਸੀਂ ਕਹਿ ਰਹੇ ਮੰਦਿਰ ਦੇ ਕੰਮ ਕਰਾਓ, ਪਰ ਜਿਹੜੀ ਗੱਡੀ ਆਈ ਹੈ ਉਹ ਵੀ ਤਾਂ ਦੇਖੇਗੀ ਨਾ ਅੰਦਰ ਕੋਈ ਬੈਠਾ ਹੈ, ਬੁਲਾਈ ਗਈ ਹੈ। ਪਲੀਜ਼ ਇਸ ਚੀਜ਼ 'ਤੇ ਰੋਕ ਲਗਾਤੀ ਜਾਏ। ਜਿਸ ਤਰ੍ਹਾਂ ਰਾਧਾ ਜੀ ਨੇ ਕਿਹਾ ਹਰ ਮੰਗਲਵਾਰ ਕਦੀ ਕੁਛ ਡਿਸਟਰਬੈਂਸ, ਜਦ ਸਾਡੇ ਵੱਲੋਂ ਇਹਨਾਂ ਨੂੰ ਕੋਈ ਦਿੱਕਤ ਨਹੀਂ ਆ ਰਹੀ ਤਾਂ ਸਾਨੂੰ ਵੀ ਨਾ ਆਏ। ਤਾਂ ਕੱਟ ਲੱਗਦਾ ਸੀ ਤੇ ਇਹਨਾਂ ਵੱਲੋਂ ਮੰਦਿਰ 'ਚ ਬੇਅਦਬੀ ਵੀ ਕੀਤੀ ਗਈ ਹੈ, ਇਹ ਕੀ ਕਾਰਨ? ਨਹੀਂ ਸਰ ਦੇਖੋ, ਬੇਅਦਬੀ ਕੀ ਹੁੰਦੀ ਹੈ, ਅਸੀਂ ਹਿੰਦੂ ਧਰਮ ਦੇ ਹੈ ਨਾ ਜੀ, ਕੋਈ ਬਾਹਰੋਂ ਨਹੀਂ ਆ ਕੇ ਕੀਰਤਨ ਕਰਨ ਲੱਗੇ। ਜਿਸ ਤਰ੍ਹਾਂ ਹੁਣੀ ਤੁਹਾਨੂੰ ਦੱਸਿਆ ਹੈ ਕਿ ਜੇ 66 'ਚ ਦੇਖਿਆ ਜਾਏ ਤਾਂ ਸਭ ਤੋਂ ਪੁਰਾਣੀ ਰਾਧਾ ਮੈਡਮ ਹੈ ਕੀਰਤਨ ਕਰਨ ਵਾਲੇ। ਉਸ ਟਾਈਮ ਵੀ ਇਹ ਹੋਇਆ, ਅਸੀਂ ਤਕਰੀਬਨ ਜਾਂਦੇ ਸੀ, ਤੁਹਾਨੂੰ ਰਾਧਾ ਜੀ ਨੇ ਵੀ ਦੱਸਿਆ ਵੀ ਸਾਨੂੰ ਕਿਸੇ ਨਾ ਕਿਸੇ ਤਰ੍ਹਾਂ ਡਿਸਟਰਬ ਕਰਦੇ ਸੀ। ਅਸੀਂ ਗਏ ਹਾਂ, ਉੱਥੇ ਲਾਈਟ ਨਹੀਂ ਸੀ, ਸਾਡੇ ਤੋਂ ਪਹਿਲੇ ਕੰਚਨ ਮੈਡਮ ਪਹੁੰਚੀ ਹੋਈ ਤਾਂ ਇਹਨਾਂ ਨੇ ਕਿਹਾ ਲਾਈਟ ਨਹੀਂ ਹੈ। ਪੰਡਤ ਜੀ ਕਹਿੰਦੇ ਮੁਝੇ ਵੀ ਨਹੀਂ ਪਤਾ, ਮੈਂ ਵੀ ਬਾਹਰ ਬੈਠਾ। ਅਰੋੜਾ ਜੀ ਜਿਹੜੇ ਕਿ ਜਨਰਲ ਸੈਕਟਰੀ ਦੱਸਦੇ ਆ ਆਪਣੇ ਆਪ ਨੂੰ ਕਮੇਟੀ ਦੇ, ਉਹ ਕੋਈ ਰਿਸਪੌਂਸ ਹੀ ਨਹੀਂ ਕਰਦੇ ਰਹੇ। ਕਿੰਨੀ ਦੇਰ ਉਹਨਾਂ ਨੂੰ ਪੁੱਛੀ ਬਾਰ-ਬਾਰ ਇਹ ਗੱਲ ਵੀ ਲਾਈਟ ਕਿਉਂ ਨਹੀਂ ਹੈ, ਲਾਈਟ ਕਿਉਂ ਨਹੀਂ ਹੈ। ਇਨ ਬਿਟਵੀਨ ਸਾਡੇ 'ਚ ਇੱਕ ਮੰਜੂ ਮੈਡਮ ਹੈ ਪੁਲਿਸ ਕਲੋਨੀ ਦੀ, ਉਹ ਕਹਿੰਦੇ ਨਹੀਂ ਬੋਲ ਰਹੇ ਤਾਂ 100 ਨੰਬਰ 'ਤੇ ਡਾਇਲ ਕਰ ਦਿਓ। ਠੀਕ ਹੈ ਜੀ, ਉਹ ਇੱਕ ਨੂੰ ਬਿਟੀਆ ਹੈ, ਚਲੋ ਉਹਨੇ ਕਰਤਾ ਕਿ ਜਦ ਕੋਈ ਰਿਸਪੌਂਸ ਹੀ ਨਹੀਂ ਕਰੇਗਾ ਅਸੀਂ ਕੁਝ ਤਾਂ ਕਰਾਂਗੇ ਨਾ ਜੀ। ਹਰ ਮੰਗਲਵਾਰ ਉਹ ਹੋ ਰਿਹਾ। ਜਿਸ ਤਰ੍ਹਾਂ ਹੀ ਪੁਲਿਸ ਆਈ ਹੈ, ਇੱਕ ਕਨਸਟੇਬਲ ਆਏ ਆ ਸਰ ਉੱਥੇ, ਅਰੋੜਾ ਜੀ ਜਿੱਥੋਂ ਇਹਨਾਂ ਨੇ ਤਾਰ ਕੱਢੀ ਸੀ ਲਗਾਨ ਗਏ ਹੈ, ਸ਼ੁਭ ਸ਼ਰਮਾ ਉਹਦੇ ਪਿੱਛੇ ਵੀ ਦੇਖਣ ਗਈ ਹੈ। ਸਾਡੀ ਗਲਤੀ ਹੋਈ ਕਿ ਅਸੀਂ ਫੋਟੋ ਨਹੀਂ ਖਿੱਚੀ, ਉਸੇ ਟਾਈਮ ਲਾਈਟ ਉਹਨਾਂ ਨੇ ਠੀਕ ਕਰਤੀ ਹੈ। ਚਲੋ ਉਹ ਵੀ ਕਹਿ ਗਏ ਬਾਅਦ 'ਚ ਵੀ ਚਲੋ ਅੱਜ ਤੋਂ ਬਾਅਦ ਤੁਹਾਨੂੰ ਡਿਸਟਰਬ ਨਹੀਂ ਕਰਨਗੇ, ਕੋਈ ਐਸਾ ਹੋਏਗਾ। ਬੇਅਦਬੀ ਇਹ ਹੈ ਕਿ ਅਰੋੜਾ ਕਹਿੰਦੇ ਜੀ ਅਸੀਂ ਜਿਸ ਤਰ੍ਹਾਂ ਕਿ ਗੋਪਾਲ ਵੀ ਸਾਡੀ ਬੈਕ 'ਤੇ ਸਾਡੇ ਸਾਹਮਣੇ ਨਹੀਂ ਕਹਿੰਦੇ ਵੀ ਇਹ ਮੰਦਿਰ ਦੀ ਮੰਡਲੀ ਨਹੀਂ ਹੈ, ਉਹ ਕਹਿੰਦੇ ਜੀ ਅਸੀਂ ਤੁਹਾਨੂੰ ਮੰਡਲੀ ਨਹੀਂ ਮੰਨਦੇ। ਉਹ ਬੋਰਡ 'ਤੇ ਜੋ ਇਹਨਾਂ ਨੇ ਆਪਣੀ ਕਮੇਟੀ ਦਾ ਲਿਖਿਆ ਹੋਇਆ ਸੀ ਤਾਂ ਉਹਨਾਂ ਨੇ ਲੇਡੀਜ਼ ਨੇ ਕਿਹਾ ਕਿ ਅਸੀਂ ਤੁਹਾਨੂੰ ਫਿਰ ਕਮੇਟੀ ਨਹੀਂ ਮੰਨਦੇ, ਜਦ ਕਿ ਅਸੀਂ ਕਈ ਵਾਰੀ ਕਹਿ ਚੁੱਕੇ ਹਾਂ ਕਿ ਸਾਡੇ ਵਾਸਤੇ ਤੁਹਾਡੇ ਨਾਲ ਕੋਈ ਉਹ ਨਹੀਂ ਆ, ਤੁਸੀਂ ਆਪਣਾ ਕੰਮ ਕਰੋ, ਅਸੀਂ ਆਪਣਾ ਕੀਰਤਨ ਕਰਦੇ ਹਾਂ, ਤੁਹਾਡੇ ਕੰਮ 'ਚ ਅਸੀਂ ਇੰਟਰਫੇਰੈਂਸ ਕਰਦੇ ਨਹੀਂ, ਕਰਾਂਗੇ ਵੀ ਨਹੀਂ, ਸਾਨੂੰ ਜ਼ਰੂਰਤ ਨਹੀਂ, ਕਿਉਂਕਿ ਮੰਦਿਰ ਦਾ ਹੀ ਕੰਮ ਹੋ ਰਿਹਾ ਚਾਹੇ ਕੋਈ ਵੀ ਕਰ ਰਿਹਾ। ਬਟ ਉਸ ਚੀਜ਼ ਨੂੰ ਫੋਲੋ ਨਹੀਂ ਕਰਦੇ, ਉਲਟਾ ਸਾਡੇ 'ਤੇ ਬਲੇਮ ਕਰਦੇ ਹੈ। ਅਰੇ ਬਾਰ-ਬਾਰ ਕਹਿੰਦੇ ਆ ਕਿ ਇਹ ਮੰਦਿਰ ਦੀ ਮੰਡਲੀ ਹੀ ਨਹੀਂ ਹੈ, ਸਾਡੇ ਪਿੱਠ ਪਿੱਛੇ ਸਾਡੇ ਸਾਹਮਣੇ ਗੋਪਾਲ ਜੀ ਕੁਝ ਹੋਰ ਗੱਲ ਕਰਦੇ ਆ। ਇਹ ਮੰਦਿਰ ਦੀ ਮੰਡਲੀ ਹੈ, ਮੰਦਿਰ ਦੀ ਹੀ ਮੰਡਲੀ ਰਹੇਗੀ, ਇਹ ਚਾਹੇ ਕੁਝ ਵੀ ਕਰਨ। ਸਾਡੇ ਵੱਲੋਂ ਕਦੀ ਬੇਅਦਬੀ ਨਹੀਂ ਹੋਈ। ਵੀਡੀਓ ਮੰਗਵਾਓ, ਇਹ ਕਹਿੰਦੇ ਆ ਲੱਤਾਂ ਮਾਰੀਆਂ ਗੱਲੇ ਨੂੰ, ਕੁਝ ਐਸਾ ਨਹੀਂ ਹੋਇਆ। बोर्ड वो भी इन्होंने कहा कि हम तुम्हें मंडली नहीं मानते। अरोड़ा गोपाल जी तो जब तक सारा कुछ हो जाता है ना, जो बाद च पहुँचते उन्होंने पता ही नहीं होंदा की करना की नहीं करना। गोपाल जी ने भी उस टाइम पे फोन किया गया, वो कहते जी मैं पता करता हूँ, मैं पता करता हूँ। हाँ जी मैडम, प्रधान जी नाल गल हुई सी, गोपाल जी का कहना है कि यह मंडली उत्थों की है ही नहीं, यह दूजे कमेटी नाल मिली हुई है अते मंदिर का पैसा लैके जाती है, ਇਹਦੇ ਬਾਰੇ ਕੀ ਕਹਿਣਾ? ਇਹ ਦੇਖੋ ਜੀ, ਇਹ ਗੋਪਾਲ ਜੀ ਸਾਡੀ ਪਿੱਠ ਪਿੱਛੇ ਕਈਆਂ ਨੂੰ ਕਹਿੰਦੇ ਆ ਇਹ ਗੱਲ, ਇਹ ਬਿਲਕੁਲ ਗਲਤ ਹੈ। ਜਦੋਂ ਇਹ ਲੋਕ ਕਹਿ ਰਹੇ ਸੀ ਵੀ 1 ਮਾਰਚ ਤੋਂ ਸਾਨੂੰ ਚਾਰਜ ਮਿਲ ਗਿਆ, ਜਦਕਿ ਇਹ ਸਭ ਨੂੰ ਪਤਾ ਲੀਗਲ ਨਹੀਂ ਹੈ। ਜਦ ਕੋਰਟ ਕੇਸ ਹੈ ਸ਼ਾਇਦ ਤੁਸੀਂ ਵੀ ਇਸ ਚੀਜ਼ ਨੂੰ ਫੋਲੋ ਕਰੋਗੇ, ਹੈ ਨਾ ਜੀ। ਅਸੀਂ ਫੇਰ ਵੀ ਇਹਨਾਂ ਨੂੰ ਕਿਹਾ ਵੀ ਤੁਸੀਂ ਅੱਜ ਤੋਂ ਆਪਣੇ ਕੋਲ ਪੈਸੇ ਸਾਡੇ ਲਿਖਣੇ ਸ਼ੁਰੂ ਕਰ ਦਿਓ। ਹਰ ਮੰਗਲਵਾਰ ਜਿੰਨੇ ਮੈਂਬਰ ਉੱਥੇ ਬੈਠੇ ਹੁੰਦੇ ਆ, ਸੰਗਤ 'ਚ ਵੀ ਉੱਥੇ ਪੈਸੇ ਗਿਣੇ ਜਾਂਦੇ ਆ, ਮਾਈਕ 'ਚ ਵੀ ਅਨਾਉਂਸ ਕਰਿਆ ਜਾਂਦਾ ਹੈ। ਔਰ ਉਹਨਾਂ ਦੇ ਇੱਕ ਮੈਂਬਰ ਹੈ ਟੀਮ ਦੇ, ਨੀਲਕੰਠ ਜੀ, ਉਹਨਾਂ ਕੋਲ ਜਾ ਕੇ ਵੀ ਲਿਖਵਾਈਦਾ ਸੀਗਾ ਅਸੀਂ ਵੀ ਐਨੇ ਹੈ। ਗੋਪਾਲ ਜੀ ਨੂੰ ਮੈਂ WhatsApp ਵੀ ਪਾਏ ਹੋਏ ਆ, ਅੱਜ ਦੀ ਡੇਟ 'ਚ ਵੀ ਮੈਂ ਤੁਹਾਨੂੰ ਰਫਲੀ ਦੱਸ ਸਕਦੀ ਹਾਂ ਕਿ 28,000 ਦੇ ਕਰੀਬ ਸਾਡੇ ਕੋਲ ਪੈਸਾ ਪਿਆ, ਜਦਕਿ ਇਹਨਾਂ ਨੂੰ ਹਰ ਥੋੜ੍ਹੇ ਦਿਨਾਂ ਬਾਅਦ ਦੱਸਿਆ ਜਾਂਦਾ ਹੈ। ਔਰ ਇਹੀ ਕਿਹਾ ਗਿਆ ਕਿ ਜਿਸ ਦਿਨ ਕੋਰਟ ਡਿਸੀਜਨ ਦੇਗੀ, ਜਿਸ ਦੇ ਹੱਕ 'ਚ ਵੀ ਦੇਗੀ, ਕਹਿਣਾ ਨਹੀਂ ਪਏਗਾ, ਅਸੀਂ ਆ ਕੇ ਪਰਚੀ ਕਟਾ ਦਾਂਗੇ। ਜਿਸ ਕਮੇਟੀ ਨੂੰ ਵੀ ਕੋਰਟ ਡਿਸੀਜਨ ਦੇਗਾ ਉਹਨੂੰ ਪੈਸੇ ਦਿੱਤੇ ਜਾਣਗੇ। ਔਰ ਇਹ ਲੋਕ ਸਹਿਮਤੀ ਵੀ ਕਰਦੇ ਆ ਸਾਡੇ ਸਾਹਮਣੇ। ਕੱਲ ਜੀ ਤੋਂ ਫੌਗਿੰਗ ਹੋਈ, ਉਸ ਤੋਂ ਬਾਅਦ ਤੁਸੀਂ ਕਹਿੰਦੇ ਅਸਥਮਾ ਦੇ ਪੇਸ਼ੈਂਟ, ਹਾਂਜੀ ਹਾਂਜੀ, ਕੀ ਪ੍ਰੋਬਲਮ ਆਈ? ਮੈਨੂੰ ਸਰ ਬਹੁਤ ਜ਼ਿਆਦਾ ਪ੍ਰੋਬਲਮ ਆਈ, ਮੈਨੂੰ ਸਾਂਸ ਲੈਣ 'ਚ ਪ੍ਰੋਬਲਮ ਹੁੰਦੀ ਹੈ,
ਤੇ ਔਰ ਮੇਰੀ ਬਹੁਤ ਮੁਸ਼ਕਿਲ ਅੰਦਰ ਤਾਂ ਚੱਲਿਆ ਵੀ ਨਹੀਂ ਜਾਂਦਾ। ਲੇਕਿਨ ਮੈਂ ਉੱਥੋਂ ਦੀ ਮੰਦਿਰ ਤੋਂ ਜਦੋਂ ਅਸੀਂ ਕੀਰਤਨ ਕਰਕੇ ਹਟੇ, ਇੱਕਦਮ ਫੋਗਿੰਗ ਹੋ ਗਈ ਸਾਰੀ ਜਗ੍ਹਾ, ਕਾਲਾ ਹੀ ਕਾਲਾ ਹੋ ਗਿਆ ਸਾਰਾ। ਤੇ ਅਸੀਂ ਬਾਹਰ ਆ ਕੇ ਦੇਖਿਆ ਤਾਂ ਕੁਝ ਵੀ ਨਹੀਂ ਸੀ। ਤੇ ਪਰ ਮੇਰੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ। ਅਸੀਂ ਬਾਹਰ ਆ ਕੇ ਦੇਖਿਆ ਕੋਈ ਮੰਦਿਰ ਦਾ ਮੈਂਬਰ ਨਹੀਂ, 3 ਮੈਂਬਰ ਬੈਠੇ ਸੀ। ਅਸੀਂ ਉਹਨਾਂ ਨੂੰ ਪੁੱਛਿਆ, ਉਹ ਕਹਿੰਦੇ ਜੀ ਇਹ ਤਾਂ ਅੱਗੇ ਵੀ ਇਦਾਂ ਹੋ ਜਾਂਦਾ ਹੈ, ਪਰ ਅਗਰ ਅੱਗੇ ਹੁੰਦਾ ਹੈ ਤਾਂ ਸਾਨੂੰ ਇੰਟੀਮੇਸ਼ਨ ਤਾਂ ਦੇਣੀ ਚਾਹੀਦੀ ਸੀ ਇਹਨਾਂ ਨੂੰ, ਵੀ ਸਾਨੂੰ ਬਾਹਰ ਕੱਢਣਾ ਚਾਹੀਦਾ ਸੀ। ਕੋਈ ਬਿਮਾਰ ਹੈ, ਕਿਸੇ ਨੂੰ ਅਸਥਮੇ ਦੀ ਪ੍ਰੋਬਲਮ, ਕਿਸੇ ਨੂੰ ਕਿਸ ਚੀਜ਼ ਦੀ ਪ੍ਰੋਬਲਮ ਹੈ, ਲੇਕਿਨ ਇਹਨਾਂ ਨੇ ਸਾਨੂੰ ਕੋਈ ਇੰਟੀਮੇਸ਼ਨ ਨਹੀਂ ਦਿੱਤੀ। ਬਿਨਾਂ ਸਾਨੂੰ ਦੱਸੇ ਉਹਨਾਂ ਨੇ ਅੰਦਰ ਫੋਗਿੰਗ ਕਰ ਦਿੱਤੀ, ਜਿਸ ਦੇ ਨਾਲ ਮੈਨੂੰ ਬਹੁਤ ਪ੍ਰੋਬਲਮ ਆਈ। ਰਾਤ ਨੂੰ 9 ਵਜੇ ਮੇਰੀ ਬਹੁਤ ਹਾਲਤ ਖਰਾਬ ਹੋਈ ਤੇ ਮੈਨੂੰ ਡਾਕਟਰ ਕੋਲ ਜਾਣਾ ਪਿਆ। ਹਾਂਜੀ, ਕੱਲ੍ਹ ਅਸੀਂ ਗਏ ਸੀ ਕੀਰਤਨ ਕਰਨ ਜੀ, ਕੀਰਤਨ ਕਰ ਰਹੇ ਸੀ ਤੇ ਉਸ ਵੇਲੇ ਬਿਜਲੀ ਵਾਲਾ ਕੰਮ ਕਰ ਰਿਹਾ ਸੀ। ਉਹਨੂੰ ਰਿਕੁਐਸਟ ਕੀਤੀ ਸੀ ਵੀ ਕਿੰਨੀ ਦੇਰ ਦਾ ਤੇਰਾ ਕੰਮ ਹੈਗਾ, ਕਿਉਂਕਿ ਡਰਿਲ ਮਸ਼ੀਨ ਚਲਾ ਰਿਹਾ ਸੀ, ਫਿਰ ਮਜ਼ਾ ਨਹੀਂ ਆਉਂਦਾ ਸਾਨੂੰ ਆਪਣਾ ਜੋ ਵੀ ਪ੍ਰੋਗਰਾਮ ਕਰਨ ਦਾ। ਉਹਨੇ ਕਿਹਾ 10 ਮਿੰਟ ਤੋਂ ਬਾਅਦ ਮੈਂ ਕਰ ਰਿਹਾ। ਅਸੀਂ 4:30 ਵਜੇ ਸ਼ੁਰੂ ਕਰਿਆ ਜੀ। 5:30 ਅਸੀਂ ਅਰਦਾਸ ਕਰਨ ਲਈ, ਹਨੂੰਮਾਨ ਚਾਲੀਸਾ ਪੜ੍ਹਨ ਲਈ ਤਿਆਰ ਹੋਏ ਤੇ ਪਿੱਛੋਂ ਸਾਰਿਆਂ ਨੇ ਆਪਣੀਆਂ ਅੱਖਾਂ ਬੰਦ ਕਰਕੇ ਧਿਆਨ ਉੱਧਰ ਲਾਇਆ ਸੀ। ਸਾਨੂੰ ਨਹੀਂ ਪਤਾ ਪਿੱਛੇ ਕੀ ਹੋ ਰਿਹਾ। ਜਦੋਂ ਅਸੀਂ ਉੱਠ ਕੇ ਅਰਦਾਸ ਲਈ ਉੱਠੇ, ਬਾਹਰੋਂ ਇਤਨਾ ਅੰਧੇਰਾ ਸੀ, ਕਾਲਾ ਧੂੰਆਂ ਸੀ। ਸੋਚਿਆ ਬਿਜਲੀ ਵਾਲਾ ਕੋਈ ਕੰਮ ਕਰ ਰਿਹਾ, ਸ਼ਾਇਦ ਬਿਜਲੀ ਵਾਲੀ ਤਾਰਾਂ ਨੂੰ ਅੱਗ ਲੱਗ ਗਈ ਹੈ। ਤੇ ਸਾਹ 'ਚ ਇੰਨੀ ਪ੍ਰੋਬਲਮ ਹੋ ਗਈ, ਨੱਕ ਔਰ ਗਲੇ ਵਿੱਚ ਇੰਨਾ ਬੁਰਾ ਹਾਲ ਹੈ ਜੀ ਮੇਰਾ, ਔਰ ਮੇਰਾ BP ਵੱਧ ਗਿਆ ਸੀ। ਦੂਜੇ ਪਾਸੇ ਮੰਦਿਰ ਕਮੇਟੀ ਦੇ ਪ੍ਰਧਾਨ ਗੋਪਾਲ ਸ਼ਰਮਾ ਨੇ ਇਹਨਾਂ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਦੇ ਹੋਏ ਦੱਸਿਆ। प्रधान जी, मंगलवार को कीर्तन मंडली यहाँ कीर्तन करी थी। उन्होंने इल्ज़ाम लगाया कि जब वो कीर्तन करी थी 4:30 बजे के टाइम, तो यहाँ पर मंदिर कमेटी की तरफ से अचानक फॉगिंग करा दी गई, उन्हें बताया नहीं गया, जिससे कई महिलाएं बीमार होगी। इसके बारे में आप क्या कहना चाहेंगे? पहले तो सारे ने जय माता दी। मैं बताऊं कि जो ना वो मंदिर कमेटी के अंडर जो कीर्तन हो रहा है वो मंदिर कमेटी नहीं है। वो आते हैं और कीर्तन करके चले जाते हैं, हम किसी को रोकते नहीं हैं। उसके बाद ऐसी कोई इन्फॉर्मेशन नहीं थी हमें कि ये फॉगिंग वाले आ रहे हैं। तो हमें अगर इन्फॉर्मेशन होती या हम उन्हें बुलाते तो हम मानते कि भी जो ना वो हमारे कहने से आए हैं, हमने कोई उन्हें एप्लीकेशन नहीं दी। वो अचानक आए और आने के बाद जितनी आवाज़ उसकी होती है तो ये भी खड़ी होकर 4-5 लेडीज जो थी ये खड़ी होकर उनको रोक भी सकती थी भी जो ना ये जो ना फॉगिंग कर रहे हो, क्यों कर रहे हो, इसे बंद कर दो, यहाँ तो अंदर तो अलाउड ही नहीं है। और अगर ऐसा हुआ है तो हमें इसकी जानकारी भी नहीं थी, और अगर होती तो हम ऐसा होने ही नहीं देते। और ये ऑथराइज्ड कीर्तन मंडली है भी नहीं, फिर भी हम कीर्तन करने से इनको नहीं रोकते कि भी चलो भगवान का नाम है लेते रहें। इनका ये कहना है कि ये जब भी कीर्तन करते हैं तभी कभी मंदिर कमेटी की ओर से कोई ना कोई अड़चन पैदा की जाती है, कभी बिजली काट दी जाती है, कभी कुछ किया जाता है। इसके बारे में आप क्या कह रहे हैं? यहाँ पर और भी कीर्तन होते हैं मगर कभी किसी की बिजली नहीं गई है, ना इनके साथ कभी ऐसा होता। मगर ये जानबूझकर इल्ज़ाम लगा रहे हैं। जब से हमारी टीम 1-3-2023 से आई है, जब से ये कोई ना कोई इल्ज़ाम लगा रहे हैं और इनके पीछे कोई बंदा है जो इनको जो ना घुमा फिरा रहा है, जिसकी वजह से ये उनकी बातों में आकर ये ड्रामा रच रहे हैं, राजनीति कर रही है ये लोग। कमेटी जब से रजिस्टर हुई है बहुत बढ़िया काम कर रही है। उसको देख के कुछ लोगों के पेट में दर्द है, जिसकी वजह से ये डेवलपमेंट रुक जाए। हमने 0 बैलेंस से काम स्टार्ट किया है और आज हम इस लेवल पर हैं कि मंदिर का एक एक काम बहुत बढ़िया हो रहा है, जिससे जनता हमें पसंद कर रही है। इसलिए ये इल्ज़ाम पे इल्ज़ाम लगा रहे हैं, जानबूझ के ड्रामा कर रही हैं। मैं आपको एक इन्फॉर्मेशन और दे दूं, जो मंदिर में ये आके कीर्तन करती हैं ये सारा पैसा उठाकर ले जाती हैं और अपने घर ले जाकर रखती हैं, और बाद में जो ना उसी पैसे को ये यूज करके हमें लोगों में बदनाम करना चाहती हैं। वो प्रधान जी, उनका कहना है कि ये सारा पैसा उनके पास पड़ा है, पूरा हिसाब है, मंदिर कमेटी का कोर्ट में केस चल रहा है, जिस दिन फैसला आ जाएगा उनके साथ उन जाएंगी और उनको पर्ची कटा देंगी मंदिर में जाकर। मैं कहना चाहता हूँ कि जब मंदिर की रजिस्ट्रेशन हमारे नाम से हो चुकी है और हम एक एक पैसा हमारे नाम पे बैंक के अकाउंट हो चुके हैं, और हम कह रहे हैं कि तुम हमें पैसा मत दो, बैंक के अकाउंट में ही जमा कर दो, तो ये उसको भी नहीं मानते। अगर कोर्ट में फैसला चल रहा है तो कोर्ट के तो जब भी फैसला का कीर्तन ये तभी कर लें, उससे पहले क्यों जो ना हम लोगों को परेशान करते हैं। कोर्ट के बहाना करके ये पैसा यहाँ से इकट्ठा करके ला देते। कितना पैसा इन्होंने इकट्ठा कर लिया है, ये किया था कि भी पहले, अब जो इनकम हो रही है 1-1.5 लाख रुपए के बीच में इनकम हो जाती है, मगर फिर भी पहले उसका कोई इन्फॉर्मेशन नहीं दी जनता को इन्होंने। और जब से हम आए हैं हमने पाई का हिसाब किताब 18 तारीख को हमने मीटिंग करी, जनता को आराम से बढ़िया तरीके से हिसाब कर दिया और जनता हमसे सेटिस्फाई है, और इसमें किसी तरह भी कोई अड़चन नहीं है। हम बहुत शांत स्वभाव से काम कर रहे हैं और सभी नारी जाति और सभी जेंट्स का आदर सम्मान भी करते हैं। वो सारी डेवलपमेंट मंदिर की कमेटी जो हमारी टीम है वो कर रही है। मंदिर के जो पंडितों की सैलरी थी 8-8 महीने की सैलरी पड़ी थी, जो हमने पंडित जियों को सैलरी
एंड टाइम से दी है। और जितना भी मेंटेनेंस का काम है सारा हमारी जो ना कमेटी करा रही है, मंदिर कमेटी करा रही है, इसमें किसी की कोई दो राय नहीं है, सारे काम बढ़िया से चल रहे हैं। जिसकी वजह से इनको तकलीफ हो रही है, हमने इनको बोला कि तुम जो पैसा यहाँ से उठा के ले जाते हो, जो बाहर कीर्तन करते हो, वो बेशक अब अपने पास रखो, क्योंकि हम नहीं चाहते कि हम किसी से बहसें। मगर ये हमारे ऊपर इल्ज़ाम लगा के यहाँ से पैसा भी ले जाते हैं और हमसे लड़ना चाहते हैं कि ये हमारे साथ सीनियर पर्सन है, ये भाई साहब सीनियर हैं, ये सारे रिटायर ऑफिसर हैं, एक से एक बढ़िया पोस्ट पे रहे हुए हैं। इन्होंने कोई भी आज तक लेडीज़ के खिलाफ कोई किसी भी तरह की डिस्टर्बेंस पैदा नहीं करी, मगर इनको सबको दुखी करा जा रहा है। और सीनियर सिटीजन है, सारे बंदे बढ़िया ए ग्रेड के पर्सन है, सब आदर सम्मान वाले हैं, फिर भी इनको सबको परेशानी की जा रही है। एक बार मंदिर के उठा के बोर्ड भी इन लोगों ने फेंक दिए थे। गुल्लक को इन्होंने लात मारी थी, गुल्लक को लात और जो ना हाथों से धक्का देकर वहाँ तक कोने तक लेकर गई थी। यहाँ से ऊपर से पौड़ियों के नीचे से ऊपर से उठा के बोर्ड सारे फेंक दिए थे, मगर हम भी फिर नारी के करके चुप रहे। और मगर इन लोगों ने हमें जो है किसी भी कंडीशन में ये कर रखा है कि हमें किस तरीके से बदनाम करें, किस तरह से डिस्टर्ब करें। ये इनका एक चाल चल रही है, जो राजनीति इनके पीछे काम कर रही है। हम आपको एक बात और बता दें कि जब से हम 1-3 से रजिस्टर्ड हुए हैं, हमारी कमेटी पूरी तरीके से मंदिर के अंदर सारे काम को देख रही है। ब्राह्मणों की सैलरी दे रही है, बिजली का बिल पेंडिंग था 1,00,000 1.5 लाख के करीब, 1,32,000, जो उसमें से हमने 24,366 रुपये हमने भर चुके हैं। उसके बाद भी जो मेंटेनेंस का काम है वो सारा हमारा, और एक लीज मनी होती है जो 99 साल की जो ना मंदिर और गुरुद्वारे के अंदर होती है, 99 साल तक जो ना लीज मनी भरनी पड़ती है, वो पेमेंट इन्होंने एक भी पैसा नहीं भरा। 4-5 साल से नहीं भरा, 4-5 साल हो गए जिससे इन्होंने भरा नहीं है, जिसकी वजह से जो ना हमने वो सारी इंक्वायरी कर ली है और उस पर हमारी कमेटी काम कर रही है। और हम जल्दी से जल्दी उस लीज मनी को भर देंगे। जैसे हमने कि बिजली का बिल पेंडिंग था वो भी हमने भर दिया है। आगे ये लोग जो ना हमको जो ना जितना भी पीछे हिसाब किताब था, इन्होंने एक भी पैसे का हिसाब किताब नहीं दिया। हमने 0 बैलेंस से काम स्टार्ट किया और आज हमारे अकाउंट में भी 1,00,000-1,25,00,000 रुपये बैलेंस पड़ा हुआ है। ਜਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦਿੱਤੇ ਨੇ। ਤੁਸੀਂ ਸਿੰਗਲ ਜਾਣਾ, ਸਪਾਊਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ। ਜਪ ਸਟੱਡੀ ਦੇ ਕੋਲੇ ਅੱਜ ਹੀ ਆਓ।